प्रधान मंत्री झुक गया, राजा झुक गया, ये जिहड़े बीजेपी के लीडर ने बाहरे तत्ते क्यों नहीं, ये क्यों नहीं झुक गए? ਜਦੋਂ ਤੁਸੀਂ ਦੇਸ਼ ਦੇ ਲੋਕਾਂ ਦੇ ਨੇਤਾ ਹੋ ਤੇ ਲੋਕਾਂ ਦੇ ਅੱਗੇ ਝੁਕਣਾ ਕੋਈ ਮਾੜੀ ਗੱਲ ਵੀ ਨਹੀਂ ਹੈ। ਤੁਸੀਂ ਕਿਹਾ ਕਿ ਚਲੋ ਦੇਸ਼ ਦੇ ਪ੍ਰਧਾਨ ਮੰਤਰੀ ਝੁਕ ਗਏ ਹਨਾ, ਸੋ ਪ੍ਰਧਾਨ ਮੰਤਰੀ ਝੁਕ ਗਏ ਪਰ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਕਿਉਂ ਨਹੀਂ ਝੁਕ ਰਹੇ? ਜਦੋਂ ਕਿਸਾਨੀ ਬਿੱਲ ਬਣਾਏ ਗਏ ਨਾ ਤਾਂ ਉਦੋਂ ਪੰਜਾਬ ਦੇ ਇਹਨਾਂ ਲੀਡਰਾਂ ਨੂੰ ਪੁੱਛਿਆ ਗਿਆ ਤੇ ਨਾ ਜਦੋਂ ਇਹ ਬਿੱਲ ਵਾਪਸ ਲੈਣ ਦੀ ਗੱਲ ਹੋਈ ਹੈ ਨਾ ਉਦੋਂ ਪੁੱਛਿਆ ਗਿਆ। ਸੋ ਗੱਲ ਇਹ ਹੈ ਕਿ ਇਹਨਾਂ ਨੂੰ ਆਪਣੇ ਹੀ ਜਿਹੜੇ ਉਹਨਾਂ ਦੇ ਬੀਜੇਪੀ ਦੇ ਲੀਡਰ ਨੇ ਉਹ ਪੁੱਛ ਪੜਤਾਲ ਹੀ ਨਹੀਂ ਕਰਦੇ, ਜਿਸ ਵਜ੍ਹਾ ਨਾਲ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਉਹ ਖਬਰਾਂ ਦੇ ਵਿੱਚ ਰੱਖਣਾ ਚਾਹੁੰਦੇ ਨੇ। ਬੀਜੇਪੀ ਦੇ ਲੀਡਰਾਂ ਨੇ ਜਿਸ ਦਿਨ ਦੀ ਪ੍ਰਧਾਨ ਮੰਤਰੀ ਜੀ ਨੇ ਮਾਫੀ ਮੰਗੀ ਹੈ ਵੱਡੇ ਵੱਡੇ ਹੋਲਡਿੰਗਸ ਲਗਾ ਕੇ ਆਪਣੀ ਪ੍ਰਮੋਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ, ਕਿਉਂਕਿ ਕਿਸਾਨ ਲੀਡਰਾਂ ਤੋਂ ਇਲਾਵਾ ਪੰਜਾਬ ਦੇ ਸਾਰੇ ਲੋਕਾਂ ਨੇ ਈਵਨ ਤਾਂ ਦੇਸ਼ ਦੇ ਲੋਕਾਂ ਨੇ ਨਕਾਰ ਦਿੱਤਾ ਬੀਜੇਪੀ ਨੂੰ ਇੱਕ ਵਾਰ ਕਿ ਉਹ ਹਲੇ ਹੋਰ ਇੰਤਜ਼ਾਰ ਕਰ ਰਹੇ ਨੇ, ਹੋਰ ਕਿੰਨੇ ਕਿਸਾਨਾਂ ਦੀ ਸ਼ਹਾਦਤਾਂ ਹੋਣਗੀਆਂ, ਕਿੰਨਿਆਂ ਦੀਆਂ ਹੋਰ ਮੌਤਾਂ ਦਾ ਇੰਤਜ਼ਾਰ ਕਰ ਰਹੇ ਨੇ। ਜੇ ਉਹ ਇੰਨੇ ਹੀ ਸੁਹਿਰਦ ਹੁੰਦੇ ਤਾਂ ਉਸੇ ਦਿਨ ਇਸ ਚੀਜ਼ ਦਾ ਐਲਾਨ ਵੀ ਕਰਦੇ ਕਿ ਅਸੀਂ ਦੇਖੋ ਜੀ ਦੀ ਮੀਟਿੰਗ ਕਰ ਚੁੱਕੇ ਹਾਂ ਤੇ 2 ਦਿਨਾਂ ਬਾਅਦ ਐਮਰਜੈਂਸੀ ਸੈਸ਼ਨ ਬੁਲਾ ਕੇ ਉਹਦੇ 'ਚ ਅਸੀਂ ਬਿੱਲ ਵਾਪਸ ਲੈਣ ਦੀ ਜਿਹੜੀ ਪ੍ਰੋਸੈਸ ਜਿਹੜਾ ਪ੍ਰੋਪਰ ਪ੍ਰੋਸੈਸ ਹੈ ਉਹਨੂੰ ਕੰਪਲੀਟ ਕਰਾਂਗੇ। ਵਰਲਡ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਅੰਦੋਲਨ ਆ ਜਿਹਨੇ ਪੰਜਾਬ ਨੂੰ ਤੇ ਦੇਸ਼ ਦੇ ਲੋਕਾਂ ਨੂੰ ਇੱਕ ਵੱਡੇ ਲੈਵਲ ਤੇ ਪੇਸ਼ ਕੀਤਾ। किसानी अंदोलन भावें खत्म नहीं होया है, चाहे नरेंद्र मोदी ने किसानां तो माफ़ी भी मंग लई है, पर कुछ बीजेपी के अजिहे लीडर ने जो हले भी अपनी हार नहीं मान रहे ते हले भी पंजाब दे विच अपनी जमीन जो है वो तलाश कर रहे ने ते इसे तलाशी दे विच कुछ अजिही बयानबाजी कर जांदे ने जिस दे नाल वो जो नफ़ा भालदे ने नफ़ा तां किते भी उस चीज़ नूं नहीं दिखदा हैगा। सो गल करांगे पिछले दिन अश्वनी शर्मा ने एक बयान दिता जिस दे विच उसने कहा कि जिहड़े किसान ने किसान लीडर ने उन्हां दा जो दुकान है वो बंद हो चुकी है। उस ते गल करांगे। कमलदीप सिंह जी साडे नाल मौजूद ने, जिहड़े किसान दिल्ली बॉर्डरां ते बैठे सी कि वो एक दुकान चला रहे सी। ਪਹਿਲਾਂ ਤਾਂ ਮੈਂ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਨੇਸ਼ਨ ਪੋਸਟ ਦਾ ਪ੍ਰਿਆ ਜੀ। ਐਕਚੁਅਲ ਦੇ ਵਿੱਚ ਦੇਖੋ ਜੀ ਅਸੀਂ ਇਹ ਗੱਲ ਕਹੀਏ ਕਿ ਦੁਕਾਨਦਾਰੀ ਜਿਹੜੀ ਆ ਉਹ ਤਾਂ ਬੀਜੇਪੀ ਦੇ ਉਹਨਾਂ ਲੀਡਰਾਂ ਦੀ ਬੰਦ ਹੋ ਗਈ ਆ, ਕਿਉਂਕਿ ਜਿਹੜੇ ਉਹ ਬਿਆਨ ਦੇ ਰਹੇ ਸੀਗੇ ਕਿ ਇਹ ਬਿੱਲ ਕਦੀ ਵੀ ਵਾਪਸ ਨਹੀਂ ਹੋਣਗੇ, ਜੋ ਮਰਜ਼ੀ ਕਰ ਲਓ ਜੀ, ਇਹਦੇ ਵਿੱਚ ਤੁਸੀਂ ਅਗਾਂਹ ਦੀ ਕੋਈ ਗੱਲ ਕਰੋ। ਐਂਡ ਸ਼ੁਰੂ ਤੋਂ ਲੈ ਕੇ ਚਾਹੇ ਉਹ ਸਾਡੇ ਖੇਤਰੀ ਮੰਤਰੀ ਜਿਹੜੇ ਸੀ ਤੋਮਰ ਜੀ ਉਹ ਵੀ ਕਹਿੰਦੇ ਸੀ ਕੋਈ ਅਗਲੀ ਗੱਲ ਕਰੋ, ਇਹ ਬਿੱਲ ਵਾਪਸ ਨਹੀਂ ਹੋਣਗੇ। ਪਰ ਕਿਸਾਨ ਲੀਡਰਾਂ ਦੇ ਸਿਰੜ ਨੇ, ਉਹਨਾਂ ਦੀ ਏਕਤਾ ਨੇ, ਜਿਹੜੀ ਆਪਾਂ ਅੰਗਰੇਜ਼ੀ 'ਚ ਕਹਾਵਤ ਕਹਿੰਦੇ ਯੂਨਿਟੀ ਇਜ਼ ਅ ਸਟਰੈਂਥ, ਪੂਰੇ ਦੇਸ਼ ਦੀ ਇਕਜੁੱਟਤਾ ਨੇ ਐਂਡ ਕਿਸਾਨਾਂ ਦੀ ਇਕਜੁੱਟਤਾ ਨੇ ਆਖਿਰ 11 ਮਹੀਨਿਆਂ ਬਾਅਦ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਐਂਡ ਇਹਦੇ ਵਿੱਚ ਮੈਂ ਇਹਨੂੰ ਕੋਈ ਇਹ ਵੀ ਨਹੀਂ ਮਾੜਾ ਸਮਝਦਾ ਵੀ ਝੁਕਣਾ, ਕਿਉਂਕਿ ਜਦੋਂ ਤੁਸੀਂ ਦੇਸ਼ ਦੇ ਲੋਕਾਂ ਦੇ ਨੇਤਾ ਹੋ ਤੇ ਲੋਕਾਂ ਦੇ ਅੱਗੇ ਝੁਕਣਾ ਕੋਈ ਮਾੜੀ ਗੱਲ ਵੀ ਨਹੀਂ ਹੈ। ਕਿਉਂਕਿ ਸਾਡੇ ਜਿਹੜੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਗੱਲ ਕਹੀਏ ਉੱਥੇ ਹੀ ਗੱਲ ਕਹੀ ਗਈ ਸੀਗੀ ਵੀ ਗੁਰੂ ਜਿਹੜਾ ਹੁੰਦਾ ਆ ਉਹ 20 ਵਿਸਵੇ ਹੈ ਤੇ ਸੰਗਤ 21 ਵਿਸਵੇ ਹੈ, ਤੇ ਸੰਗਤ ਨੇ ਹੀ ਤੁਹਾਨੂੰ ਨੇਤਾ। ਮੈਨੂੰ ਇਹ ਗੱਲ ਦੱਸੋ ਨਾ, ਤੁਸੀਂ ਕਿਹਾ ਕਿ ਚਲੋ ਦੇਸ਼ ਦੇ ਪ੍ਰਧਾਨ ਮੰਤਰੀ ਝੁਕ ਗਏ ਹਨਾ, ਸੋ ਪ੍ਰਧਾਨ ਮੰਤਰੀ ਝੁਕ ਗਏ ਪਰ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਕਿਉਂ ਨਹੀਂ ਝੁਕ ਰਹੇ? ਅਜਿਹੀ ਬਿਆਨਬਾਜ਼ੀ ਅਸ਼ਵਨੀ ਸ਼ਰਮਾ ਦਾ ਕੀ ਬਿਆਨਬਾਜ਼ੀ ਸੀ ਜਾਂ ਰਾਜਸਥਾਨ ਦੇ ਰਾਜਪਾਲ ਦਾ ਕੀ ਬਿਆਨਬਾਜ਼ੀ ਸੀ? ਇਹ ਹੱਲੇ ਵੀ ਕਾਹਨੂੰ ਬਾੜੇ ਤੱਤੇ ਨੇ? ਪ੍ਰਿਆ ਜੀ ਗੱਲ ਇੱਥੇ ਇਹ ਹੈ ਕਿ ਦੇਖੋ ਜਦੋਂ ਸਾਡੀ ਕੋਲ ਕੋਈ ਗੱਲ ਕਰਨ ਨੂੰ ਰਹੇ ਨਾ ਤੇ ਅਸੀਂ ਕੋਈ ਨਾ ਕੋਈ ਚੁੰਡੀ ਵੱਢਦੇ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਇਸ ਟਾਈਮ ਦੇਸ਼ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ। ਐਂਡ ਜਿਹੜੀ ਦੁਕਾਨਦਾਰੀ ਦੀ ਗੱਲ ਕਰਦੇ, ਕਿਉਂਕਿ ਜਿਹੜੀਆਂ ਉਹ ਰੋਜ਼ ਹੀ ਉਹਨਾਂ ਦੀਆਂ ਡਿਬੇਟਾਂ ਦੇ ਵਿੱਚ ਕੋਈ ਨਾ ਕੋਈ ਚੁਆਤੀ ਲਾਉਂਦੇ ਸੀਗੇ, ਉਹ ਚੀਜ਼ ਹੁਣ ਖਤਮ ਹੋ ਗਈ। ਅਸ਼ਵਨੀ ਜਿਹੜੇ ਸ਼ਰਮਾ ਜੀ ਨੇ ਉਹ ਦੇ ਪੰਜਾਬ ਦੇ ਇੱਕ ਪ੍ਰਭਾਰੀ ਨੇ, ਇੱਕ ਜ਼ਿੰਮੇਵਾਰ ਲੀਡਰ ਨੇ, ਪਰ ਉਹ ਇਸ ਤਰ੍ਹਾਂ ਦਾ ਬੇਤੁਕਾ ਬਿਆਨ ਦੇ ਕੇ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਫਿਰ ਹਵਾ ਦਿੰਦੇ ਨੇ। ਐਂਡ ਉਸ ਤੋਂ ਉੱਪਰ ਗੱਲ ਕਰੀਏ ਤਾਂ ਸਾਡੇ ਬੜੇ ਰਿਸਪੈਕਟਡ ਜਿਹੜੇ ਰਾਜਸਥਾਨ ਦੇ ਰਾਜਪਾਲ ਜੀ ਨੇ, ਠੀਕ ਆ, ਉਹਨਾਂ ਨੇ ਵੀ ਇਸ ਚੀਜ਼ ਦੇ ਉੱਤੇ ਇੱਕ ਚੁਸਕੀ ਲਈ ਹੈ ਕਿ ਠੀਕ ਹੈ ਨਹੀਂ ਜੀ ਇਹ ਕਿਸਾਨ ਜਿਹੜੇ ਬਿੱਲ ਨੇ ਇਹਨਾਂ ਨੂੰ ਵਾਪਸ ਜ਼ਰੂਰ ਲੈ ਲਿਆ ਗਿਆ, ਪਰ ਮੌਕਾ ਆਉਣ 'ਤੇ ਇਹਨਾਂ ਨੂੰ ਫਿਰ ਦੁਬਾਰਾ ਤੋਂ ਲਾਗੂ ਕੀਤਾ ਲਿਆਂਦਾ ਜਾ ਸਕਦਾ। ਜਦ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੂਸਰੇ ਪਾਸੇ ਕਿਸਾਨਾਂ ਤੋਂ ਬੜੀ ਨਿਮਰਤਾ ਦੇ ਨਾਲ ਗੁਰਪੁਰਬ ਵਾਲੇ ਦਿਨ
ਮਾਫੀ ਮੰਗਦੇ ਨੇ, ਨਾਲੇ ਲਾਂਘਾ ਖੋਲਣ ਦੀ ਗੱਲ ਕਰਦੇ ਨੇ, ਸਭ ਕੁਝ ਹੈ। ਪਰ ਉੱਥੇ ਹੀ ਸਾਡੇ ਇਹੋ ਜਿਹੇ ਜਿਹੜੇ ਲੀਡਰ ਨੇ ਉਹ ਸਮਾਜ ਦਾ ਮਾਹੌਲ ਜਿਹੜਾ ਵਾ ਉਹ ਖਰਾਬ ਕਰਦੇ ਨੇ, ਅਰਾਜਕਤਾ ਪੈਦਾ ਕਰਦੇ ਨੇ। ਮੈਨੂੰ ਇਹ ਦੱਸੋ ਨਾ, ਮੇਰਾ ਸਵਾਲ ਤਾਂ ਫੇਰ ਉੱਥੇ ਹੀ ਰਹਿ ਗਿਆ ਕਿ ਪ੍ਰਧਾਨ ਮੰਤਰੀ ਝੁੱਕ ਗਿਆ, ਰਾਜਾ ਝੁੱਕ ਗਿਆ, ਇਹ ਜਿਹੜੇ ਬੀਜੇਪੀ ਦੇ ਲੀਡਰ ਨੇ ਬਾਹਲੇ ਤੱਤੇ ਕਿਉਂ ਨਹੀਂ, ਇਹ ਕਿਉਂ ਨਹੀਂ ਝੁੱਕਦੇ? ਬਾਹਲੇ ਤੱਤੇ ਕਿਉਂ ਨੇ? ਬਾਹਲੇ ਤੱਤੇ ਹੋਣ ਦਾ ਮਤਲਬ ਵੀ ਲੋਕ ਸੁਣਨਗੇ ਉਹਨਾਂ ਨੂੰ। ਉਹ ਐਕਚੁਅਲ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਆਪਣੀ ਰਾਜਨੀਤਿਕ ਜ਼ਮੀਨ ਤਲਾਸ਼ ਰਹੇ ਨੇ, ਕਿਉਂਕਿ ਕਿਸਾਨ ਲੀਡਰਾਂ ਤੋਂ ਇਲਾਵਾ ਪੰਜਾਬ ਦੇ ਸਾਰੇ ਲੋਕਾਂ ਨੇ, ਈਵਨ ਦਨ ਦੇਸ਼ ਦੇ ਲੋਕਾਂ ਨੇ ਨਕਾਰ ਦਿੱਤਾ ਬੀਜੇਪੀ ਨੂੰ ਇੱਕ ਵਾਰ। ਐਂਡ ਪੰਜਾਬ ਦੇ ਵਿੱਚ ਇਸ ਵਕਤ ਸਿਆਸਤ ਜਿਹੜੀ ਆ ਪੂਰੀ ਚਰਮ ਸੀਮਾ ਤੇ, ਕਿਉਂਕਿ 2022 ਦੀ ਜਿਹੜੀ ਇਲੈਕਸ਼ਨ ਹੈ ਉਹ ਦੀ ਦਸਤਕ ਜਿਹੜੀ ਆ ਉਹ ਦਿੱਤੀ ਜਾ ਚੁੱਕੀ ਹੈਗੀ ਆ। ਸੋ ਹਰ ਪਾਰਟੀ ਆਪਣੀ ਜ਼ਮੀਨ ਤਲਾਸ਼ ਰਹੀ ਹੈ ਤੇ ਬੀਜੇਪੀ ਨੂੰ ਲੱਗਦਾ ਕਿ ਅਸੀਂ ਇਸ ਤਰ੍ਹਾਂ ਦੇ ਕਰਕੇ ਤੇ ਸਾਡੇ ਲੋਕਾਂ ਨੂੰ ਅਸੀਂ ਇਕੱਤਰ ਕਰ ਲਾਂਗੇ। ਹੋਰ ਦੇਖ ਤੋਂ ਗੱਲ ਕਰਾਂ ਮੈਂ, ਤੁਸੀਂ ਦੇਖੋ ਕਿ ਬੀਜੇਪੀ ਦੇ ਲੀਡਰਾਂ ਨੇ ਜਿਸ ਦਿਨ ਦੀ ਪ੍ਰਧਾਨ ਮੰਤਰੀ ਜੀ ਨੇ ਮਾਫੀ ਮੰਗੀ ਆ, ਵੱਡੇ ਵੱਡੇ ਹੋਲਡਿੰਗਸ ਲਗਾ ਕੇ ਆਪਣੀ ਪ੍ਰਮੋਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ, ਠੀਕ ਹੈ ਜੀ। ਸੋ ਜਦ ਕਿ ਉਹ ਚੀਜ਼ ਸਫਲ ਹੋ ਨਹੀਂ ਪਾਣਾ ਉਹਨਾਂ ਨੇ। ਉਹ ਵੀ ਦੱਸੋ ਨਾ ਕਿ ਦੇਖੋ, ਪਹਿਲਾਂ ਤਾਂ ਜਦੋਂ ਇਹਨਾਂ ਨੇ ਬਿੱਲ ਲਾਗੂ ਕੀਤਾ ਨਾ, ਬੜਾ ਹੀ ਨੁਕਸਾਨ ਹੋ ਗਿਆ ਵੀ ਬਾੜੇ ਲੋਕ ਤੱਤੇ ਹੋ ਗਏ ਹਨਾ। ਤੇ ਜਦੋਂ ਬਿੱਲ ਵਾਪਸ ਲੈ ਲਿਆ, ਨੁਕਸਾਨ ਤਾਂ ਉਦੋਂ ਵੀ ਹੋ ਗਿਆ, ਉਦੋਂ ਵੀ ਲੋਕ ਬਾੜੇ ਤੱਤੇ ਹੋ ਗਏ। ਤੇ ਹੁਣ ਇਹ ਨਹੀਂ ਕਹੋਗੇ ਕਿ ਪ੍ਰਧਾਨ ਮੰਤਰੀ ਨਾ ਘਟਦੇ ਰਹੇ ਨਾ ਘਟਦੇ ਰਹੇ? ਨਹੀਂ, ਗੱਲ ਇਹ ਨਹੀਂ ਆ। ਦੇਖੋ ਜੀ, ਸਭ ਤੋਂ ਪਹਿਲਾਂ ਦੀ ਗੱਲ ਕਰੀਏ, ਮੈਂ ਇੱਕ ਬੜੀ ਰਿਸਪੈਕਟ ਨਾਲ ਕਿਸਾਨਾਂ ਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਸ ਦਿਨ ਇਹ ਮਾਫੀ ਮੰਗੀ, ਬਿੱਲ ਵਾਪਸ ਲੈਣ ਦੀ ਗੱਲ ਕੀਤੀ, ਬਹੁਤ ਸਤਿਕਾਰ ਦਿੱਤਾ, ਉਹਨਾਂ ਦੀ ਗੱਲ ਨੂੰ ਇੱਕ ਮਾਣ ਵੀ ਦਿੱਤਾ। ਪਰ ਅਸਲ ਦੇ ਵਿੱਚ ਉਹ ਜਿਹੜਾ ਮਾਣ ਹੈ, ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉਹਨਾਂ ਬੋਲਾਂ ਨੂੰ ਮਾਣ ਦੇਣਾ ਹੀ ਨਹੀਂ ਆਉਂਦਾ। ਦੇਖੇ ਸੀ ਗੱਲ, ਜਦ ਕਿ ਅਸੀਂ ਇੱਥੇ ਗੱਲ ਕਰਦੇ ਹਾਂ ਕਿ ਜਦੋਂ ਕਿਸਾਨੀ ਬਿੱਲ ਬਣਾਏ ਗਏ ਨਾ ਤਾਂ ਉਦੋਂ ਪੰਜਾਬ ਦੇ ਇਹਨਾਂ ਲੀਡਰਾਂ ਨੂੰ ਪੁੱਛਿਆ ਗਿਆ ਤੇ ਨਾ ਜਦੋਂ ਇਹ ਬਿੱਲ ਵਾਪਸ ਲੈਣ ਦੀ ਗੱਲ ਹੋਈ ਹੈ ਨਾ ਉਦੋਂ ਪੁੱਛਿਆ ਗਿਆ। ਸੋ ਗੱਲ ਇਹ ਹੈ ਕਿ ਇਹਨਾਂ ਨੂੰ ਆਪਣੇ ਹੀ ਜਿਹੜੇ ਉਹਨਾਂ ਦੇ ਬੀਜੇਪੀ ਦੇ ਲੀਡਰ ਨੇ ਉਹ ਪੁੱਛ ਪੜਤਾਲ ਹੀ ਨਹੀਂ ਕਰਦੇ, ਜਿਸ ਵਜ੍ਹਾ ਨਾਲ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਉਹ ਖਬਰਾਂ ਦੇ ਵਿੱਚ ਰੱਖਣਾ ਚਾਹੁੰਦੇ ਨੇ। ਅੱਛਾ, ਤੁਸੀਂ ਇਹ ਕਹੋਗੇ ਕਿ ਪ੍ਰਧਾਨ ਮੰਤਰੀ ਨੂੰ ਜਿਹੜੇ ਵੀ ਆਪਣੇ ਪੰਜਾਬ ਦੇ ਖਾਸ ਕਰਕੇ ਲੀਡਰ ਲੈ ਲਓ ਹਨਾ, ਜਿਹੜੇ ਹਰਜੀਤ ਗਰੇਵਾਲ ਨੇ, ਗਿਆਨੀ ਨੇ, ਚਾਹੇ ਅਸ਼ਵਨੀ ਸ਼ਰਮਾ ਨੇ, ਇੱਕੋ ਹੀ ਗੱਲ ਕਹਿੰਦੇ ਹੁੰਦੇ ਸਾਡੇ ਪ੍ਰਧਾਨ ਮੰਤਰੀ ਜੀ। ਪਰ ਕੀ ਪ੍ਰਧਾਨ ਮੰਤਰੀ ਨੂੰ ਕਦੀ ਕਹਿੰਦੇ ਸੁਣਿਆ ਹੋਇਆ ਸਾਡੇ ਪੰਜਾਬ ਦੇ ਲੀਡਰ? ਕਦੀ ਸਾਡੇ ਵਰਡ ਸੁਣਿਆ ਨਹੀਂ? ਦੇਖੋ, ਅਸਲ ਦੇ ਵਿੱਚ ਅਸੀਂ ਗੱਲ ਕਰੀਏ ਕਿ ਇੱਥੇ ਦੋ ਲੜਾਈ ਵੱਖਰੀ ਵੱਖਰੀ ਵੀ ਚੱਲ ਰਹੀ ਹੈ, ਇੱਕ ਆਰਐਸਐਸ ਬੀਜੇਪੀ ਤੇ ਇੱਕ ਭਾਰਤ ਸਰਕਾਰ ਦੀ। ਅੱਜ ਮੈਂ ਫਿਰ ਬਾਰ-ਬਾਰ, ਮੈਂ ਪਹਿਲਾਂ ਵੀ ਬਹੁਤ ਸਾਰੇ ਡਿਬੇਟਸ ਦੇ ਵਿੱਚ ਵੀ ਬੋਲਦਾ ਰਿਹਾ ਕਿ ਸਾਡੇ ਦੇਸ਼ ਦੀ ਸਰਕਾਰ ਕਿੱਥੇ ਹੈ। ਲੋਕ ਤਾਂ ਕਹਿੰਦੇ ਨੇ ਮੋਦੀ ਸਰਕਾਰ ਹੈ, ਕੁਝ ਕਹਿੰਦੇ ਨੇ ਵੀ ਇਹ ਬੀਜੇਪੀ ਦੀ ਸਰਕਾਰ ਹੈ। ਦੇਸ਼ ਦੀ ਸਰਕਾਰ ਕਿੱਥੇ ਚਲੀ ਗਈ? ਠੀਕ ਹੈ। ਸੋ ਅੱਜ ਵੀ ਜੇ ਗੱਲ ਕਰੀਏ ਤੇ ਕੀ ਮੋਦੀ ਸਾਹਿਬ ਨੇ ਜਦੋਂ ਇਹ ਵਾਪਸ ਲਏ ਨੇ, ਕੀ ਉਸ ਤੋਂ ਪਹਿਲਾਂ ਕੋਈ ਕੈਬਨਿਟ ਦੀ ਜਿਹੜੀ ਮੀਟਿੰਗ ਹੋਈ ਕਿ ਉਹਦੇ ਵਿੱਚ ਕੀਤਾ ਗਿਆ ਵੀ ਅਸੀਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕਰਤਾ ਵੀ ਬਿੱਲ ਵਾਪਸ ਲੈ ਲਏ ਜਾਣਗੇ? ਜਸਟ ਉਹਨਾਂ ਨੇ ਇੱਕ ਆਣ ਕੇ ਬਿਆਨ ਦੇ ਦਿੱਤਾ। ਅਸਲ ਦੇ ਵਿੱਚ ਹੈ ਕਿ ਇਹ ਲੋਕਾਂ ਨੂੰ ਯਕੀਨ ਕਿਉਂ ਨਹੀਂ ਹੈ, ਕਿਉਂਕਿ ਉਹ ਇਹੀ ਗੱਲ ਕਹਿੰਦੇ ਨੇ ਹਮੇਸ਼ਾ ਹੀ ਕਿ ਦੇਖੋ ਪ੍ਰਧਾਨ ਮੰਤਰੀ ਜੀ ਨੇ ਗੱਲ ਕਹਿ ਦਿੱਤੀ ਤੇ ਕਿਸਾਨਾਂ ਨੂੰ ਘਰਾਂ ਨੂੰ ਚਲੇ ਜਾਣਾ ਚਾਹੀਦਾ, ਕਿਉਂਕਿ ਇਹ ਰਿਕੁਐਸਟ ਜਿਹੜੀ ਆ ਪ੍ਰਧਾਨ ਮੰਤਰੀ ਜੀ ਨੇ ਵੀ ਕੀਤੀ। ਪਰ ਅਸਲ ਦੇ ਵਿੱਚ ਇਹਨਾਂ ਦੀ ਗੱਲ ਤੇ ਯਕੀਨ ਕਿੱਦਾਂ ਕੀਤਾ ਜਾਵੇ? ਯਕੀਨ ਇਸ ਕਰਕੇ ਨਹੀਂ ਹੋ ਸਕਦਾ ਕਿਉਂਕਿ ਹੁਣ ਤੱਕ ਜਿਹੜੇ 15 ਲੱਖ ਦੀ ਗੱਲ ਕੀਤੀ ਗਈ ਸੀ ਉਹ ਵੀ ਜੁਮਲੇ ਨਿਕਲੇ। ਸੋ ਹਰ ਇੱਕ ਚੀਜ਼ ਜਿਹੜੀ ਆ ਜੁਮਲੇਬਾਜ਼ੀ ਦੇ ਵਿੱਚ ਹੀ ਨਿਕਲੀ ਬੀਜੇਪੀ ਦੀ, ਜਿਸ ਕਰਕੇ ਜਿਸ ਤਰੀਕੇ ਨਾਲ ਕਾਨੂੰਨ ਪਾਸ ਕੀਤੇ ਗਏ ਨੇ, ਜੇ ਉਹ ਪਾਰਲੀਮੈਂਟ ਦੇ ਵਿੱਚ ਪਾਸ ਕੀਤੇ ਗਏ ਨੇ, ਰਾਜ ਸਭਾ 'ਚ ਪਾਸ ਹੋਏ ਨੇ ਐਂਡ ਪ੍ਰੈਜ਼ੀਡੈਂਟ ਸਾਹਿਬ ਦੇ ਸਾਈਨ ਹੋਏ ਨੇ, ਕਾਨੂੰਨ ਵਾਪਸ ਵੀ ਉਸੇ ਪ੍ਰੋਸੈਸ ਨਾਲ ਹੀ ਹੋਣੇ ਨੇ। ਪਰ ਮੈਂ ਇੱਥੇ ਇੱਕ ਗੱਲ ਹੋਰ ਕਹੂੰਗਾ ਕਿ ਜੇ ਇਹ ਕਾਨੂੰਨ ਵਾਪਸ ਕਰਨ ਦੀ ਬੜੀ ਉਹਨਾਂ ਦੇ ਮਨ ਦੇ ਵਿੱਚ ਸ਼ਿੱਦਤ ਨਾਲ ਇਹ ਗੱਲ ਆਈ ਸੀ, ਕਿਉਂ ਨਹੀਂ ਜਿਸ ਦਿਨ ਉਹਨਾਂ ਨੇ ਬਿਆਨ ਦਿੱਤਾ ਇੱਕ ਦਿਨ ਦਾ ਵਕਫਾ ਪਾ ਕੇ ਅਗਲੇ ਦਿਨ ਐਮਰਜੈਂਸੀ ਕੈਬਨਿਟ ਦੀ ਮੀਟਿੰਗ ਬੁਲਾਉਂਦੇ? ਮੀਟਿੰਗ ਬੁਲਾਉਣ ਤੋਂ ਬਾਅਦ ਸੰਸਦ ਜਿਹੜੀ ਆ ਉਹ ਬੁਲਾਈ ਜਾ ਸਕਦੀ ਸੀ ਤੇ 2 ਦਿਨਾਂ ਦੇ ਵਿੱਚ ਉਹਨਾਂ ਇਕੱਲੇ ਉਸੇ ਬਿੱਲਾਂ ਵਾਸਤੇ ਉਹਨਾਂ ਨੂੰ ਖਾਰਜ ਕਰਕੇ ਤੋਂ ਨਿਮਰਤਾ ਨਾਲ, ਠੀਕ ਹੈ, ਸਵਾਗਤ ਕਰਦੇ ਤੇ ਕਿਸਾਨਾਂ ਨੂੰ ਘਰਾਂ ਨੂੰ ਤੋਰਦੇ ਤੇ ਕਿੰਨੇ ਖੁਸ਼ ਹੁੰਦੇ। ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਦਾ, ਇੱਕ ਮੇਲੇ ਦੀ ਤਰ੍ਹਾਂ ਹੁੰਦਾ। ਪਰ ਜਦ ਕਿ ਇਹਨੂੰ ਸਦ ਰੁੱਤ ਤੱਕ ਇੰਤਜ਼ਾਰ ਕਰਨ ਦੀ ਗੱਲ ਕੀਤੀ ਗਈ। ਮੈਂ ਇੱਥੇ ਗੱਲ ਕਹਾਂਗਾ ਕਿ ਜਿਸ ਦਿਨ ਮੋਦੀ ਸਾਹਿਬ ਨੇ ਬਿੱਲ ਵਾਪਸ ਲੈਣ ਦੀ ਗੱਲ ਕੀਤੀ ਉਸ ਦਿਨ ਵੀ ਇੱਕ ਕਿਸਾਨ ਨੇ ਸ਼ਹਾਦਤ ਦਿੱਤੀ, ਉਸ ਤੋਂ ਅਗਲੇ ਦਿਨ ਵੀ, ਤੇ ਲਗਾਤਾਰ ਇਹ ਸ਼ਹਾਦਤਾਂ ਹੁੰਦੀਆਂ ਜਾ ਰਹੀਆਂ। ਪਰ ਮੈਂ ਇੱਥੇ ਇੱਕ ਸਵਾਲ ਖੜਾ ਕਰਾਂਗਾ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਸਾਹਮਣੇ ਤੇ ਬੀਜੇਪੀ ਦੇ ਉਹਨਾਂ ਲੀਡਰਾਂ ਦੇ ਸਾਹਮਣੇ, ਕੀ ਉਹ ਹਲੇ ਹੋਰ ਇੰਤਜ਼ਾਰ ਕਰ ਰਹੇ ਨੇ? ਹੋਰ ਕਿੰਨੇ ਕਿਸਾਨਾਂ ਦੀ ਸ਼ਹਾਦਤਾਂ ਹੋਣਗੀਆਂ, ਕਿੰਨਿਆਂ ਦੀਆਂ ਹੋਰ ਮੌਤਾਂ ਦਾ ਇੰਤਜ਼ਾਰ ਕਰ ਰਹੇ ਨੇ? ਜੇ ਉਹ ਇੰਨੇ ਹੀ ਸੁਹਿਰਦ ਹੁੰਦੇ ਤਾਂ ਉਸੇ ਦਿਨ ਇਸ ਚੀਜ਼ ਦਾ ਐਲਾਨ ਵੀ ਕਰਦੇ ਕਿ ਅਸੀਂ ਦੇਖੋ ਜੀ ਇਹਦੀ ਮੀਟਿੰਗ ਕਰ ਚੁੱਕੇ ਹਾਂ ਤੇ 2 ਦਿਨਾਂ ਬਾਅਦ ਐਮਰਜੈਂਸੀ ਸੈਸ਼ਨ ਬੁਲਾ ਕੇ ਉਹਦੇ 'ਚ ਅਸੀਂ ਬਿੱਲ ਵਾਪਸ ਲੈਣ ਦੀ ਜਿਹੜੀ ਪ੍ਰੋਸੈਸ, ਜਿਹੜਾ ਪ੍ਰੋਪਰ ਪ੍ਰੋਸੈਸ ਹੈ ਉਹਨੂੰ ਕੰਪਲੀਟ ਕਰਾਂਗੇ।
ਜਦ ਕਿ ਉਹ ਚੀਜ਼ ਹਾਲੇ ਤੱਕ ਵੀ ਨਹੀਂ ਹੋ ਪਾਈ। ਇਸੇ ਕਰਕੇ ਹੀ ਜਿਹੜੇ ਬੀਜੇਪੀ ਦੇ ਕੋਈ ਲੀਡਰ ਗੱਲ ਵੀ ਨਹੀਂ, ਭਾਵੇਂ ਪੂਰੇ ਦੇਸ਼ ਨੇ ਜਸ਼ਨ ਮਨਾ ਲਿਆ ਹੈ ਨਾ ਵੀ ਉਹਨਾਂ ਦੇ ਇੱਕ ਸ਼ਬਦ ਤੋਂ ਬਾਅਦ ਕਿ ਹਮ ਇਹ ਬਿੱਲ ਰਿਵੀਲ ਕਰ ਰਹੇ हैं, इस शब्द तो बाद पूरे देश ने जश्न मना लिया, पर उस तो बाद तो कोई बयानबाजी भी नहीं आई, खुद कोई गल भी नहीं कही गई कि हाँ जी ਅਸੀਂ ਕਰ ਰਹੇ ਹਾਂ, ਕਿਵੇਂ ਕਰ ਰਹੇ ਹਾਂ, ਤੁਹਾਨੂੰ ਦੱਸਦੇ ਹਾਂ ਕੀ ਅਪਡੇਟ ਹੈ, ਕੁਝ ਵੀ ਨਹੀਂ ਦੱਸਿਆ। ਮੈਂ ਇੱਥੇ ਇਹ ਗੱਲ ਕਹੂੰਗਾ ਕਿ ਉਸ ਬਿਆਨ ਦੇ ਨਾਲ, ਕਿਉਂਕਿ ਉਹਨਾਂ ਦੇ ਜਿਹੜੇ ਜਿੰਨੇ ਵੀ ਲੀਡਰ ਸੀ ਉਹਨਾਂ ਨੂੰ ਵੀ ਇਹਦੀ ਉਮੀਦ ਤੱਕ ਨਹੀਂ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਇਸ ਤਰ੍ਹਾਂ ਦੇ ਬਿਆਨ ਦੇ ਸਕਦੇ ਨੇ। ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਸੁਭਗਾਹਟ ਜਿਹੜੀ ਆ ਉਹ ਹੋ ਰਹੀ ਆ ਵੀ ਇਹ ਹੋਇਆ ਕੀ, ਕਿਉਂਕਿ ਹੋਣਾ ਕੀ ਚਾਹੀਦਾ ਸੀਗਾ ਕਿ ਇਹਦੇ ਤੇ ਨਾਲ ਦੀ ਨਾਲ ਕੈਬਨਿਟ ਦੀ ਵੀ ਮੀਟਿੰਗ ਹੋਣੀ ਜ਼ਰੂਰੀ ਸੀ, ਕਿਉਂਕਿ ਜੇ ਇਹ ਚੀਜ਼ ਹੁੰਦੀ ਤੇ ਤੋਮਰ ਸਾਹਿਬ ਵੀ ਨਾਲ ਬਿਆਨ ਦਿੰਦੇ। ਜਦ ਕਿ ਸ਼ੁਰੂ ਤੋਂ ਲੈ ਕੇ 11 ਮੀਟਿੰਗਾਂ ਦਾ ਦੌਰ ਚੱਲਿਆ, ਉਸ ਤੋਂ ਬਾਅਦ ਮੀਟਿੰਗ ਨਹੀਂ ਹੋਈ। ਠੀਕ ਹੈ, ਉਹ ਮੀਟਿੰਗਾਂ ਦੇ ਦੌਰ ਤੇ ਬਾਅਦ ਦੇ ਵਿੱਚ ਵੀ ਜਿੰਨੀਆਂ ਵੀ ਡਿਬੇਟਸ ਹੁੰਦੀਆਂ ਨੇ, ਜਿੰਨੀਆਂ ਵੀ ਚਰਚਾਵਾਂ ਹੁੰਦੀਆਂ, ਇਹੋ ਗੱਲ ਹੁੰਦੀ ਸੀਗੀ ਵੀ ਇਹ ਬਿੱਲ ਵਾਪਸ ਨਹੀਂ ਹੋ ਸਕਦੇ, ਬਾਕੀ ਜੋ ਮਰਜ਼ੀ ਗੱਲ ਕਰੋ, ਤੁਸੀਂ ਅੱਗੇ ਦੀ ਗੱਲ ਕਰੋ। ਪਰ ਅੱਜ ਉਹਨਾਂ ਦੀ ਉਮੀਦ ਤੋਂ ਉੱਪਰ ਹੋ ਕੇ ਕਿਤੇ ਪ੍ਰਧਾਨ ਮੰਤਰੀ ਨੂੰ ਇਹ ਮਹਿਸੂਸ ਜ਼ਰੂਰ ਹੋਇਆ ਵੀ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ, ਇਹਨਾਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ, ਅਗਰ ਮੈਂ ਇਹਨਾਂ ਤੋਂ ਬਾਹਰ ਜਾਵਾਂਗਾ ਤੇ ਮੇਰੀ ਸੱਤਾ ਦੀ ਜਿਹੜੀ ਜ਼ਮੀਨ ਹੈ ਮੇਰੇ ਥੱਲੇ ਖਿਸਕ ਜਾਏਗੀ ਰੇਤਾ ਦੀ ਤਰ੍ਹਾਂ। ਕਿਉਂਕਿ ਉਹਨਾਂ ਨੂੰ ਬਾਕੀ ਸੂਬਿਆਂ ਦੇ ਵਿੱਚ ਜਿਹੜੀਆਂ ਹੋਈਆਂ ਇਲੈਕਸ਼ਨਾਂ ਨੇ ਉਹਨਾਂ ਨੇ ਵੀ ਮਾਰ ਮਾਰੀ ਹੈ, ਚਾਹੇ ਉਹ ਬੰਗਾਲ ਦੀ ਇਲੈਕਸ਼ਨ ਹੋਵੇ ਤੇ ਚਾਹੇ ਉਹ ਹੁਣ ਆਉਣ ਵਾਲੀਆਂ ਪੰਜਾਬ ਦੇ ਵਿੱਚ ਜਾਂ ਯੂਪੀ ਦੀਆਂ ਜਾਂ ਗੋਆ ਦੀਆਂ ਇਲੈਕਸ਼ਨ। ਸਭ ਤੋਂ ਮੇਨ ਚੀਜ਼ ਤਾਂ ਯੂਪੀ ਦੇ ਇਲੈਕਸ਼ਨ ਹੈ ਨਾ, ਕਿਉਂਕਿ ਯੂਪੀ ਦੀ ਵਿੱਚ ਜਿਹੜੀ ਸਰਕਾਰ ਹੈ ਉਹ ਦੇਖੋ ਕੇਂਦਰ ਦੇ ਵਿੱਚ ਤਾਂ ਆਉਣਾ ਕਿਤੇ ਨਾ ਕਿਤੇ ਲਾਜ਼ਮੀ ਇੱਕ ਤਰ੍ਹਾਂ ਦੇ ਨਾਲ ਹੋ ਜਾਂਦਾ ਹੈ ਨਾ, ਵੀ ਸਭ ਤੋਂ ਜ਼ਿਆਦਾ ਸੀਟਾਂ ਉੱਥੇ ਨੇ, ਸੋ ਉਹ ਵੀ ਇੱਕ ਤਰ੍ਹਾਂ ਦਾ ਡਰ ਹੈ। ਦੇਖੋ ਜੀ, ਜੇ ਉੱਥੇ ਇਹ ਗੱਲ ਹੁੰਦੀ ਹੈ ਤੇ ਨੈਚੁਰਲੀ ਗੱਲ ਆ, ਉਹ ਸਰਕਾਰ ਬਣਦੀ ਹੈ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਰਾਜ ਸਭਾ 'ਚ ਜਦੋਂ ਮੈਂਬਰ ਜਾਂਦੇ ਨੇ, ਨੈਚੁਰਲੀ ਚੁਣੀ ਹੋਏ ਜਿਹੜੇ ਨੁਮਾਇੰਦੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਹੀ ਜਾਂਦੇ ਨੇ। ਸੋ ਅਸਲ ਦੇ ਵਿੱਚ ਸਾਨੂੰ ਇਹ ਦੇਖਣ ਦੀ ਲੋੜ ਹੈਗੀ ਆ ਕਿ ਕਿਉਂਕਿ ਮੈਂ ਬੜੀ ਗੱਲ ਕਰ, ਰਾਜਨੀਤੀ ਜਿਹੜੀ ਆ 2022 ਦੇ ਵਿੱਚ 5 ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣੀ ਹੈ ਤੇ ਹੁਣ ਤੱਕ ਕਿਤੇ ਨਾ ਕਿਤੇ ਜਿਹੜਾ ਉਹ ਜੇਤੂ ਰੱਥ ਸੀ ਉਹ ਚੱਲਦਾ ਆਇਆ। ਹੁਣ ਜੇਤੂ ਰੱਥ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਅੱਛਾ, ਕਈ ਲੋਕ ਤਾਂ ਇਹ ਵੀ ਸਵਾਲ ਕਰ ਰਹੇ ਨੇ, ਕਹਿੰਦੇ ਨੇ ਕਿ ਜੇ ਯੂਪੀ ਦੇ ਵਿੱਚ ਇਲੈਕਸ਼ਨ ਹੋ ਰਿਹਾ ਹੈ ਹਨਾ, ਬਿੱਲ ਰੱਦ ਕਰਨਾ ਇਸ ਲਈ ਵੀ ਜ਼ਰੂਰੀ ਸੀ, ਜੋ ਲੋਕ ਕਹਿ ਰਹੇ ਨੇ, ਕਹਿੰਦੇ ਬਿੱਲ ਰੱਦ ਕਰਨਾ ਤੇ ਇਸ ਕਰਕੇ ਵੀ ਜ਼ਰੂਰੀ ਸੀ ਕਿ ਬੀਜੇਪੀ ਨੂੰ ਜੇਕਰ ਯੂਪੀ ਦੇ ਵਿੱਚ ਵੋਟ ਨਹੀਂ ਵੀ ਪੈਂਦੀ ਤੇ ਘੱਟੋ ਘੱਟ ਇਹ ਕਹਿਣ ਜੋਗੇ ਤਾਂ ਹੋਣਗੇ ਨਾ ਵੀ ਜਿਹੜੀਆਂ ਜੋ ਮਸ਼ੀਨਾਂ ਉਹ ਇਸਤੇਮਾਲ ਹੁੰਦੀਆਂ ਨੇ, ਉਹ ਕਿਹੜੀਆਂ ਮਸ਼ੀਨਾਂ, ਹਾਂ EVM ਮਸ਼ੀਨਾਂ ਦੇ ਵੱਲੋਂ ਜੋ ਜਿੱਤ ਵੀ ਜਾਂਦੇ ਨੇ, ਘੱਟੋ ਘੱਟ ਇਹ ਕਹਿਣ ਜੋਗੇ ਤਾਂ ਹੋਣਗੇ ਵੀ ਅਸੀਂ ਤਾਂ ਬਿੱਲ ਰੱਦ ਕੀਤਾ ਸੀ, ਸਾਨੂੰ ਤਾਂ ਇਹਦਾ ਇਨਾਮ ਮਿਲਿਆ। ਦੇਖੋ, ਅਸੀਂ ਇਹ ਗੱਲ ਕਰੀਏ ਤੇ EVM ਮਸ਼ੀਨਾਂ ਦੀ ਗੱਲ ਕਰਦੇ ਆ ਤੇ ਜਿੱਤਣ ਦੇ ਲਈ ਦੇਖੋ ਲੋਕਾਂ ਦੇ ਵਿੱਚ ਜਾਣ ਵਾਸਤੇ ਤੁਹਾਡੇ ਕੋਲ ਕੁਛ ਤਾਂ ਹੋਣਾ ਚਾਹੀਦਾ। ਜੁਮਲਿਆਂਬਾਜ਼ੀ ਜਿਹੜੀ ਆ ਉਹ ਲੋਕਾਂ ਨੂੰ ਸਮਝ ਲੱਗ ਗਈ। ਹੁਣ ਇਸ ਗੱਲ ਨਾਲ ਉਹ ਜਾਣਗੇ, ਦੇਖੋ जी देश के लोगों ने, देश के किसानों ने अगर इतने बड़े आंदोलन किया तो हमें उसके आगे झुकना पड़ा, तो हम किसानों के साथ हुए, तो किसानों के साथ लड़के हमने उनका जो बिल वापस लिया। सो असल ਦੇ ਕਿਉਂਕਿ ਉਹਨਾਂ ਨੂੰ ਪਹਿਲਾਂ ਸਭ ਇੱਥੇ ਆਪਾਂ ਥੋੜਾ ਜਿਹਾ ਪਿੱਛੇ ਚਲੇ ਜੀ, ਅਗਰ 11 ਮਹੀਨੇ ਉਦੋਂ ਕਹਿੰਦੇ ਸੀ ਇਹ ਤਾਂ ਇੱਕ ਸੂਬੇ ਦਾ, ਇੱਕ ਸਿੱਖਾਂ ਦਾ ਅੰਦੋਲਨ ਹੈ, ਇੱਕ ਜੱਟਾਂ ਦਾ ਅੰਦੋਲਨ ਹੈ, ਪਰ ਦੇਸ਼ ਦੇ ਪੂਰੇ ਕਿਸਾਨਾਂ ਨੇ ਇਕਜੁੱਟਤਾ ਦਿਖਾ ਕੇ ਦੱਸਦਾ ਅੱਜ ਦੇਸ਼ ਦਾ ਅੰਦੋਲਨ। ਅਗਰ ਅੱਜ ਮੋਦੀ ਸਾਹਿਬ ਝੁਕੇ ਨੇ, ਉਹਨਾਂ ਨੇ ਮਾਫੀ ਮੰਗੀ ਤਾਂ ਦੇਸ਼ ਤੋਂ ਮੰਗੀ ਹੈ, ਇਕੱਲੇ ਪੰਜਾਬ ਦੇ ਕਿਸਾਨਾਂ ਤੋਂ ਨਹੀਂ ਮੰਗੀ, ਪਰ ਪੰਜਾਬ ਦੇ ਕਿਸਾਨਾਂ ਨੇ ਇੱਕ ਲੀਡਰਸ਼ਿਪ ਕੁਆਲਿਟੀ ਜਿਹੜੀ ਦੇਤੀ ਆ, ਪੜ੍ਹੇ ਲਿਖੇ ਹੋਣ ਦੇ ਇਹ ਦੱਸ ਦਿੱਤਾ ਸਬੂਤ ਵੀ ਅਸੀਂ ਅਨਪੜ੍ਹ ਨਹੀਂ, ਇਕੱਲੇ ਅਸੀਂ ਖੇਤਾਂ ਦੇ ਵਿੱਚ ਹੱਲ ਨਹੀਂ ਚਲਾਉਣਾ ਜਾਣਦੇ, ਅਸੀਂ ਕਾਨੂੰਨ ਵੀ ਪੜ੍ਹਨਾ ਜਾਣਦੇ ਆ। ਐਂਡ ਵੱਡੇ ਲੈਵਲ ਤੇ ਮੀਟਿੰਗਾਂ ਦੇ ਦੌਰ ਦੇ ਵਿੱਚ ਸਰਕਾਰ ਨੂੰ ਹਰ ਵਾਰੀ ਮੂੰਹ ਦੀ ਖਾਣੀ ਹੀ ਪਈ ਸੀ। ਸੋ ਇਸ ਚੀਜ਼ ਨੇ ਇੱਕ ਸਮਝ ਬੂਝ ਜ਼ਰੂਰ ਦੇ ਦਿੱਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕਿ ਲੋਕਾਂ ਦੇ ਨਾਲ ਇਸ ਤਰ੍ਹਾਂ ਨਹੀਂ ਹੈ ਕਿ ਜੁਮਲੇਬਾਜ਼ੀ ਦੇ ਨਾਲ ਹੀ ਜਾਂ ਜੋ ਮਰਜ਼ੀ ਅੰਦਰ ਖਾਤੇ ਬਿੱਲ ਬਣਾ ਲਏ ਤੇ ਉਹ ਪਾਸ ਕਰਕੇ, ਕਿਉਂਕਿ ਹੁੰਦਾ ਕੀ ਰਿਹਾ, ਪਹਿਲਾਂ 370 ਦੀ ਗੱਲ ਕਰੀਏ ਅਸੀਂ, ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤੇ ਜਿੰਨੇ ਵੀ ਚਾਹੇ ਉਹ ਅਸੀਂ ਨੋਟਬੰਦੀ ਦੀ ਗੱਲ ਕਰੀਏ, ਜਿੰਨੀਆਂ ਚੀਜ਼ਾਂ ਅਸੀਂ ਅੰਦਰ ਬੈਠ ਕੇ ਜੋ ਕੀਤੀਆਂ ਲੋਕਾਂ ਨੇ ਐਕਸੈਪਟ ਕੀਤੀਆਂ, ਪਰ ਇਹ ਇੱਕ ਐਸਾ ਅੰਦੋਲਨ ਆ ਜਿਹੜਾ ਇਸ ਟਾਈਮ ਲਾ ਮਿਸਾਲ ਅੰਦੋਲਨ ਬਣਿਆ। ਕਿਉਂਕਿ ਚਾਚਾ ਅਜੀਤ ਸਿੰਘ ਜਿਹੜੇ ਭਗਤ ਸਿੰਘ ਜੀ ਦੇ ਚਾਚਾ ਜੀ ਸੀ, ਉਹਨਾਂ ਨੇ ਵੀ ਇੱਕ ਕਿਸਾਨੀ ਲਈ ਅੰਦੋਲਨ ਲੜਿਆ ਸੀ ਜਿਹੜਾ 9 ਮਹੀਨੇ ਦਾ ਅੰਦੋਲਨ ਸੀ। ਇਹ ਉਸ ਤੋਂ ਵੀ ਵੱਡਾ ਅੰਦੋਲਨ ਹੋਇਆ। ਇਹ ਜਨ ਅੰਦੋਲਨ ਦੇ ਨਾਲ ਨਾਲ ਪੂਰੇ ਵਰਲਡ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਅੰਦੋਲਨ ਆ, ਜਿਨੇ ਪੰਜਾਬ ਨੂੰ ਤੇ ਦੇਸ਼ ਦੇ ਲੋਕਾਂ ਨੂੰ ਇੱਕ ਵੱਡੇ ਲੈਵਲ ਤੇ ਪੇਸ਼ ਕੀਤਾ ਕਿ ਇਹ ਵੱਡੇ ਲੀਡਰਸ ਨੇ ਕਿਸ ਤਰੀਕੇ ਨਾਲ ਮਾਸ ਮੂਵਮੈਂਟਸ ਇਕੱਠੀਆਂ ਕੀਤੀਆਂ ਹੈ, ਕਿਸ ਤਰੀਕੇ ਨਾਲ ਸ਼ਹਾਦਤਾਂ ਦਿੱਤੀਆਂ ਜਾਂਦੀਆਂ ਨੇ। ਪੁਰਾਣਾ ਇਤਿਹਾਸ ਜਿਹੜਾ ਗੱਲ ਕਰੀਏ ਪੰਜਾਬ ਦਾ, ਉਹ ਮੁੜ ਤੋਂ ਸੁਰਜੀਤ ਹੋਇਆ ਕਿ ਇਹ ਪੰਜਾਬ ਜਿਹੜਾ ਸੀਗਾ ਇਹ ਸ਼ਹੀਦਾਂ ਦੀ ਧਰਤੀ ਕਿਉਂ ਕਿਹਾ ਜਾਂਦਾ ਹੈ, ਇਹਦੇ ਵਿੱਚ ਸੂਰਬੀਰ ਯੋਧੇ ਪੈਦਾ ਹੁੰਦੇ ਨੇ।
ਇਹ ਜ਼ਰੂਰੀ ਨਹੀਂ ਆ ਕਿ ਕਿਰਪਾਨਾਂ ਨਾਲ ਤੇ ਜਾਂ ਗੋਲੀਆਂ ਨਾਲ ਜਾਂ ਬਰੂਦ ਨਾਲ ਹੀ ਲੜਾਈ ਲੜੀ ਜਾਂਦੀ ਆ। ਇਹ ਸਬਰ ਸੰਤੋਖ ਦੇ ਨਾਲ ਵੀ ਲੜਾਈ ਜਿੱਤੀ ਜਾਂਦੀ ਹੈ, ਕਿਉਂਕਿ ਸਾਡੇ ਸਿੱਖ ਗੁਰੂਆਂ ਨੇ ਸਬਰ ਸੰਤੋਖ ਦਾ ਜਿਹੜਾ ਸੀ ਉਹ ਵੀ ਸਬੂਤ ਦਿੱਤਾ ਸੀ। ਜਦੋਂ ਤੱਤੀਆਂ ਤਵੀਆਂ ਤੇ ਵੀ ਚੜੇ ਸੀ, ਬੰਦ ਵੀ ਕਟਵਾਏ ਸੀ, ਇੱਥੇ ਵੀ ਕਿਸਾਨਾਂ ਨੇ 700 ਤੋਂ ਵੱਧ ਸ਼ਹਾਦਤਾਂ ਦੇ ਕੇ ਇਹ ਇੱਕ ਲਾ ਮਿਸਾਲ ਪੈਦਾ ਕਰਤਾ ਵੀ ਅਸੀਂ ਸ਼ਹਾਦਤਾਂ ਵੀ ਦੇਣੇ ਜਾਣਦੇ ਨੇ, ਪਰ ਆਪਣਾ ਹੱਕ ਜਿਹੜਾ ਆ, ਆਪਣੀ ਜ਼ਮੀਨ ਜਿਹੜੀ ਆ, ਉਹ ਅਸੀਂ ਖੁੱਸਣ ਨਹੀਂ ਦੇਵਾਂਗੇ। ਬਿਲਕੁਲ ਸਹੀ ਗੱਲ ਹੈ। ਸੋ ਇਸ ਕਿਸਾਨੀ ਅੰਦੋਲਨ ਦੇ ਵਿੱਚ ਸੋ ਕਮਲ ਜੀ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਜਿਹੜੇ ਵਿਚਾਰ ਰੱਖੇ ਨੇ। ਸੋ ਇਸ ਕਿਸਾਨੀ ਅੰਦੋਲਨ ਨੇ ਬਹੁਤ ਕੁਝ ਗਵਾਇਆ ਏ, ਪਰ ਹੁਣ ਇੱਕ ਸਿਰਫ ਆਸ ਹੈ ਕਿ ਕਿਵੇਂ ਇਸ ਜੰਗ ਨੂੰ ਜਿੱਤਿਆ ਜਾਵੇਗਾ। ਪਰ ਮੇਨ ਅੱਜ ਦਾ ਮੁੱਦਾ ਇਹ ਸੀ ਕਿ ਹਾਲੇ ਵੀ ਜੋ ਪ੍ਰਧਾਨ ਮੰਤਰੀ ਮਾਫੀ ਮੰਗ ਚੁੱਕੇ ਨੇ, ਪਰ ਲੀਡਰ ਜਿਹੜੇ ਨੇ ਬੜੇ ਤੱਤੇ ਬਿਆਨ ਦੇ ਰਹੇ ਨੇ। ਇਹਨੇ ਤੱਤੇ ਬਿਆਨਾਂ ਦਾ ਕੀ ਕਾਰਨ ਹੈ? ਸੋ ਇਹਨਾਂ ਕਾਰਨਾਂ ਦਾ ਜਿਹੜਾ ਜਵਾਬ ਹੈ ਕਮਲਦੀਪ ਸਿੰਘ ਜੀ ਨੇ ਬੜੇ ਠੋਕਵੇਂ ਵੇ ਦੇ ਨਾਲ ਦਿੱਤਾ ਹੈ ਤੇ ਬੜੇ ਠੋਕਵੇਂ ਤਰੀਕੇ ਦੇ ਨਾਲ ਸਮਝਾਇਆ ਹੈ ਕਿ ਆਖਿਰਕਾਰ ਕਿਉਂ ਇੰਨੇ ਲੀਡਰ ਜਿਹੜੇ ਨੇ ਉਹ ਹਾਲੇ ਵੀ ਤੱਤੇ ਨੇ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਤੇ ਦਿਖਾਓ ਦੁਨੀਆ ਨੂੰ ਕਿ ਆਖਿਰਕਾਰ ਅਸਲੀਅਤ ਕੀ ਹੈ, ਅੰਦਰਲੀ ਗੱਲ ਕੀ ਹੈ। ਬਣੇ ਰਹੋ ਨੇਸ਼ਨ ਪੋਸਟ ਦੇ ਨਾਲ।